Hello students, this is a chapter number 5, e-commerce and blogging. E-commerce, as we all know, e-commerce is also known as e-business. E-business e-business ਉਹ ਹੁੰਦਾ ਬੱਚਿਓ ਜਿਹਦੇ ਥਰੂ ਅਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ, ਆਨਲਾਈਨ ਕਮਰਸ, ਆਨਲਾਈਨ ਬਿਜ਼ਨਸ ਕਰ ਸਕਦੇ ਹਾਂ। ਈ-ਕਮਰਸ ਦੇ ਡਿਫਰੈਂਟ ਮਾਡਲਸ, ਦੇਅਰ ਆਰ ਡਿਫਰੈਂਟ ਮਾਡਲਸ ਆਫ ਈ-ਕਮਰਸ ਐਂਡ ਈ-ਬਿਜ਼ਨਸ। ਉਹ ਮਾਡਲ ਅਸੀਂ ਅੱਗੇ ਡਿਸਕਸ ਕਰਦੇ ਹਾਂ ਬੱਚਿਓ। ਫਸਟ ਇਜ਼ ਬਿਜ਼ਨਸ ਟੂ ਕੰਜ਼ਿਊਮਰ। ਇਸ ਮਾਡਲ ਦੇ ਵਿੱਚ ਇੱਕ ਬਿਜ਼ਨਸਮੈਨ ਆਪਣੇ ਪ੍ਰੋਡਕਟਸ ਨੂੰ ਡਾਇਰੈਕਟਲੀ ਕੰਜ਼ਿਊਮਰ ਨੂੰ ਵੇਚ ਸਕਦਾ ਵਿਦਆਊਟ ਕਿਸੇ ਮਿਡਲਮੈਨ ਤੋਂ ਬਿਨਾਂ ਆਪਣੇ ਪ੍ਰੋਡਕਟਸ ਨੂੰ ਸੇਲ ਕਰ ਸਕਦਾ। ਜਿਵੇਂ ਆਪਾਂ ਐਮਾਜ਼ੋਨ ਤੋਂ ਡਾਇਰੈਕਟਲੀ ਖਰੀਦਦੇ ਹਾਂ, ਜਾਂ ਜਿਵੇਂ ਅਸੀਂ ਫਲਿੱਪਕਾਰਟ ਤੋਂ ਡਾਇਰੈਕਟਲੀ ਖਰੀਦਦੇ ਹਾਂ। ਇਹਦੇ ਵਿੱਚ ਕੋਈ ਮਿਡਲਮੈਨ ਦੀ ਕੋਈ ਥਾਂ ਨਹੀਂ ਹੁੰਦੀ, ਅਸੀਂ ਡਾਇਰੈਕਟਲੀ ਉਹਨਾਂ ਤੋਂ ਪਰਚੇਜ਼ ਕਰ ਸਕਦੇ ਹਾਂ। ਉਹੀ ਮਨੀ ਕੰਜ਼ਿਊਮਰ ਨੂੰ ਬਚ ਜਾਂਦੀ ਹੈ। ਕੰਜ਼ਿਊਮਰ ਟੂ ਕੰਜ਼ਿਊਮਰ ਮਾਡਲ ਦੇ ਵਿੱਚ ਅਸੀਂ ਬੱਚਿਓ ਵੀ ਕੈਨ ਸੇਲ ਆਵਰ ਪ੍ਰੋਡਕਟ ਔਨਲਾਈਨ। ਅਸੀਂ ਆਪਣੇ ਪ੍ਰੋਡਕਟ ਨੂੰ ਔਨਲਾਈਨ ਵੇਚ ਸਕਦੇ ਹਾਂ ਅਤੇ ਔਨਲਾਈਨ ਦੂਜੇ ਗਾਹਕ ਖਰੀਦ ਸਕਦੇ ਹਨ। ਜਿਵੇਂ ਕੰਜ਼ਿਊਮਰ ਟੂ ਕੰਜ਼ਿਊਮਰ ਮਤਲਬ ਮੈਂ ਕੋਈ ਚੀਜ਼ ਵੇਚਣੀ ਆ ਤਾਂ ਉਹਨੂੰ ਮੈਂ ਔਨਲਾਈਨ OLX.com 'ਤੇ ਪਾ ਦੂੰਗਾ, ਅਤੇ ਉੱਥੋਂ ਕਿਸੇ ਹੋਰ ਵਿਅਕਤੀ ਨੇ ਖਰੀਦਣੀ ਆ ਤਾਂ ਉਹ ਵੀ OLX 'ਤੇ ਲੈ ਸਕਦਾ, ਖਰੀਦ ਸਕਦਾ। ਬਿਜ਼ਨਸ ਟੂ ਬਿਜ਼ਨਸ, ਇਸ ਮਾਡਲ ਦੇ ਵਿੱਚ ਬੱਚਿਓ ਇੱਕ ਬਿਜ਼ਨਸਮੈਨ ਦੂਜੇ ਬਿਜ਼ਨਸਮੈਨ ਦੇ ਵਿੱਚ ਤੋਂ ਚੀਜ਼ ਲੈ ਸਕਦਾ ਜਾਂ ਖਰੀਦ ਸਕਦਾ ਜਾਂ ਉਹਨੂੰ ਵੇਚ ਸਕਦਾ। ਠੀਕ ਹੈ ਨਾ ਬੱਚਿਓ। ਫੋਰ ਐਗਜ਼ਾਮਪਲ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਆ ਕਾਰ ਕੰਪਨੀ ਦੀ। ਇੱਕ ਕਾਰ ਮੈਨੂਫੈਕਚਰਰ ਕੰਪਨੀ ਆ ਜਿਹੜੀਆਂ ਕਿ ਕਾਰਾਂ ਬਣਾਉਂਦੀ ਆ। ਕਾਰਾਂ ਬਣਾਉਣ ਵਾਸਤੇ ਇੱਕ ਬਿਜ਼ਨਸਮੈਨ ਨੇ ਦੂਜੇ ਬਿਜ਼ਨਸਮੈਨ ਤੋਂ ਟਾਇਰ ਖਰੀਦਣੇ ਨੇ। ਇਸ ਕਰਕੇ ਇੱਕ ਮਾਡਲ ਦੀ ਐਗਜ਼ਾਮਪਲ ਦਿੱਤੀ ਆ ਉਹਨਾਂ ਨੇ। ਬਿਜ਼ਨਸਮੈਨ ਟੂ ਬਿਜ਼ਨਸਮੈਨ ਵੀ ਇਸ ਮਾਡਲ ਦੇ ਵਿੱਚ ਅਸੀਂ ਔਨਲਾਈਨ ਸ਼ਾਪਿੰਗ ਕਰ ਸਕਦੇ ਹਾਂ। ਬਿਜ਼ਨਸ ਟੂ ਐਮਪਲਾਈ, ਇਸ ਮਾਡਲ ਦੇ ਵਿੱਚ ਇੱਕ ਬਿਜ਼ਨਸਮੈਨ ਐਮਪਲਾਈ ਨੂੰ ਆਪਣੀਆਂ ਫੈਸਿਲਿਟੀਜ਼ ਦੇ ਸਕਦਾ, ਉਹਨਾਂ ਨੂੰ ਘੱਟ ਰੇਟ 'ਤੇ ਆਪਣੇ ਪ੍ਰੋਡਕਟਸ ਨੂੰ ਵੇਚ ਸਕਦਾ ਆਪਣੇ ਐਮਪਲਾਈਜ਼ ਨੂੰ। ਇਹ ਮਾਡਲ ਦੇ ਵਿੱਚ ਈ ਰਿਟੇਲਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਚੀਜ਼ਾਂ ਨੂੰ ਖਰੀਦ ਸਕਦੇ ਹਾਂ, ਈ ਰਿਟੇਲਿੰਗ ਕਰ ਸਕਦੇ ਹਾਂ ਉਹਨਾਂ ਦੀ। ਈ ਰਿਟੇਲਿੰਗ ਰਾਹੀਂ ਅਸੀਂ ਆਪਣੀਆਂ ਔਨਲਾਈਨ ਚੀਜ਼ਾਂ ਨੂੰ, ਔਨਲਾਈਨ ਥਿੰਗਸ ਨੂੰ ਖਰੀਦ ਸਕਦੇ ਹਾਂ। ਮੇਕਿੰਗ ਐਂਡ ਔਨਲਾਈਨ ਪਰਚੇਜ਼ਿਸ। ਔਨਲਾਈਨ ਪਰਚੇਜ਼ਿਸ ਬੱਚਿਓ ਐਜ਼ ਵੀ ਆਲ ਨੋ, ਔਨਲਾਈਨ ਪਰਚੇਜ਼ਿਸ ਇਜ਼ ਨਾਓ ਡੇਜ਼ ਵੈਰੀ ਪਾਪੂਲਰ। ਹੁਣ ਬਹੁਤ ਪਾਪੂਲਰ ਆ। ਅਤੇ ਔਨਲਾਈਨ ਕੈਟਾਲੋਗ ਉਹ ਹੁੰਦੇ ਨੇ ਬੱਚਿਓ, ਪ੍ਰਾਈਜ਼ ਲਿਸਟ ਹੁੰਦੀ ਆ ਪ੍ਰੋਡਕਟਸ ਦੀ, ਪ੍ਰਾਈਜ਼ ਲਿਸਟ ਹੁੰਦੀ ਹੈ। ਇਹ ਪ੍ਰਾਈਜ਼ ਲਿਸਟ ਰਾਹੀਂ ਅਸੀਂ ਕੀਮਤਾਂ ਦਾ ਕੰਪੈਰੀਜ਼ਨ ਕਰ ਸਕਦੇ ਹਾਂ ਅਤੇ ਅਸੀਂ ਉਹਨਾਂ ਨੂੰ ਖਰੀਦ ਸਕਦੇ ਹਾਂ। ਸ਼ੋਪਿੰਗ ਕਾਰਟ ਉਹ ਹੁੰਦੇ ਨੇ ਜਿਹਦੇ ਵਿੱਚ ਅਸੀਂ ਸ਼ੋਪ ਕਰਕੇ ਚੀਜ਼ਾਂ ਨੂੰ ਰੱਖਦੇ ਹਾਂ ਅਤੇ ਐਟ ਲਾਸਟ ਉਹਨਾਂ ਦੀ ਕੀਮਤ ਪੇ ਕਰਕੇ ਅਸੀਂ ਉਹਨਾਂ ਨੂੰ ਖਰੀਦ ਸਕਦੇ ਹਾਂ। ਅੱਛਾ ਬੱਚੋ, ਅੱਗੇ ਈ ਰਿਟੇਲਿੰਗ ਦੇ ਸਟੈਪਸ ਨੇ। ਇਹ ਮਾਡਲ ਦੇ ਰਾਹੀਂ ਅਸੀਂ ਇਹਨਾਂ ਸਟੈਪਸ ਨੂੰ ਅਸੀਂ ਦੇਖ ਸਕਦੇ ਹਾਂ, ਅਸੀਂ ਕਿਵੇਂ ਈ ਰਿਟੇਲ ਕਰ ਸਕਦੇ ਹਾਂ। ਸ਼ੋਪਿੰਗ ਕਾਰਟ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਰਿਸਰਚ ਬਿਫੋਰ ਯੂ ਪਰਚੇਜ਼ ਔਨਲਾਈਨ। ਆਪਾਂ ਔਨਲਾਈਨ ਪਰਚੇਜ਼ ਕਰਨ ਤੋਂ ਪਹਿਲਾਂ ਕਿਸੇ ਚੀਜ਼ ਦੀ ਰਿਸਰਚ ਕਰ ਸਕਦੇ ਹਾਂ, ਉਹਦੀਆਂ ਕੀਮਤਾਂ ਨੂੰ ਕੰਪੈਰੀਜ਼ਨ ਕਰ ਸਕਦੇ ਹਾਂ ਰਿਸਰਚ ਰਾਹੀਂ। ਅਤੇ ਇਹ ਗੂਗਲ ਰਾਹੀਂ ਵੀ ਰਿਸਰਚ ਕਰ ਸਕਦੇ ਹਾਂ, ਅਤੇ ਡਿਫਰੈਂਟ ਹੋਰ ਸਰਚ ਇੰਜਨਸ ਵੀ ਹੈਗੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਇਹਨਾਂ ਨੂੰ ਸਰਚ ਕਰ ਸਕਦੇ ਹਾਂ। ਸਿਕਿਉਰਿਟੀ ਕੰਸਰਨ ਮੀਨਸ ਜਦੋਂ ਅਸੀਂ ਸ਼ੋਪਿੰਗ ਕਰਦੇ ਹਾਂ, ਜਦੋਂ ਵੀ ਕੋਈ ਔਨਲਾਈਨ ਸ਼ੋਪਿੰਗ ਕਰਦੇ ਹਾਂ ਤਾਂ ਵੀ ਹੈਵ ਟੂ ਯੂਜ਼ ਦਾ ਸਿਕਿਉਰ ਵੈਬਸਾਈਟਸ। ਸਾਨੂੰ ਸਿਕਿਉਰ ਵੈਬਸਾਈਟਸ ਯੂਜ਼ ਕਰਨੀਆਂ ਪੈਂਦੀਆਂ ਨੇ। ਸਿਕਿਉਰ ਵੈਬਸਾਈਟਸ ਦੀ ਨਿਸ਼ਾਨੀ ਵੀ ਕਿੱਥੋਂ ਸ਼ੁਰੂ ਹੁੰਦੀ ਹੈ ਬੱਚਿਓ? ਉਹ ਸਾਈਟਸ ਹਮੇਸ਼ਾ ਹੀ HTTPS ਤੋਂ ਸ਼ੁਰੂ ਹੁੰਦੀਆਂ ਨੇ। HTTPS ਜਾਂ ਇਹਨਾਂ ਸਾਈਟਸ ਦੇ ਅੱਗੇ ਲੌਕ ਦਾ ਨਿਸ਼ਾਨ ਬਣਿਆ ਹੋਊਗਾ।
ਇਹਨਾਂ ਸਾਈਟਸ ਦੀ ਨਿਸ਼ਾਨੀ ਆ ਲੌਕ ਬਣਿਆ ਹੋਊਗਾ। ਸਿਕਿਉਰ ਸਾਈਟਸ ਆਰ ਦੋਜ਼ which are begin with HTTPS। ਮੋਡ ਆਫ ਪੇਮੈਂਟ ਵੀ ਬੱਚੋ ਸਾਰੇ ਜਾਣਦੇ ਹਾਂ ਅਸੀਂ ਵੀ ਕਿਸ ਦੇ ਥਰੂ ਅਸੀਂ ਪੇਮੈਂਟ ਕਰਨਾ ਚਾਹੁੰਦੇ ਹਾਂ। ਵੀ ਕੈਨ ਪੇ ਆਵਰ ਪੇਮੈਂਟ ਵਿਦ ਨੈੱਟ ਬੈਂਕਿੰਗ ਰਾਹੀਂ ਪੇ ਕਰ ਸਕਦੇ ਹਾਂ, ਕ੍ਰੈਡਿਟ ਕਾਰਡ ਰਾਹੀਂ ਪੇ ਕਰ ਸਕਦੇ ਹਾਂ, ਡੈਬਿਟ ਕਾਰਡ ਰਾਹੀਂ ਪੇ ਕਰ ਸਕਦੇ ਹਾਂ, ਇਲੈਕਟ੍ਰੋਨਿਕ ਵਾਲਟਸ ਦੇ ਨਾਲ ਅਸੀਂ ਪੇ ਕਰ ਸਕਦੇ ਹਾਂ। ਕ੍ਰੈਡਿਟ ਕਾਰਡ ਜਿਵੇਂ ਸਾਡਾ ATM ਕਾਰਡ ਆ, ਇਸੇ ਤਰ੍ਹਾਂ ਸਾਨੂੰ ਇੱਕ ਕ੍ਰੈਡਿਟ ਕਾਰਡ ਇਸ਼ੂ ਹੋਇਆ ਹੁੰਦਾ। ਕ੍ਰੈਡਿਟ ਲਿਮਿਟ ਸਾਨੂੰ ਬੈਂਕ ਦੁਆਰਾ ਇਸ਼ੂ ਹੁੰਦੀ ਆ। ਉਹ ਕ੍ਰੈਡਿਟ ਲਿਮਿਟ ਦੇ ਥਰੂ ਅਸੀਂ ਆਪਣੇ ਪਰਚੇਜ਼ਸ ਦੀ ਪੇਮੈਂਟ ਕਰ ਸਕਦੇ ਹਾਂ, ਆਪਣੀਆਂ ਪ੍ਰੋਡਕਟਸ ਦੀ ਪੇਮੈਂਟ ਕਰ ਸਕਦੇ ਹਾਂ। ਡੈਬਿਟ ਕਾਰਡ ਦੇ ਥਰੂ ਵੀ ਸਾਨੂੰ ਸਾਡੇ ਅਕਾਊਂਟ 'ਤੇ ਸਾਡੇ ਸੈਲਰੀ ਅਕਾਊਂਟ 'ਤੇ ਜਾਂ ਸਾਨੂੰ ਸਾਡੇ ਅਕਾਊਂਟ 'ਤੇ ਡੈਬਿਟ ਕਾਰਡ ਮਿਲਿਆ ਹੁੰਦਾ, ਉਹ ਡੈਬਿਟ ਕਾਰਡ ਦੇ ਥਰੂ ਅਸੀਂ ਆਪਣੀ ਪੇਮੈਂਟ ਕਰ ਸਕਦੇ ਹਾਂ। ਇਲੈਕਟ੍ਰੋਨਿਕ ਵਾਲਟਸ ਉਹ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਇਲੈਕਟ੍ਰੋਨਿਕਲੀ ਪੇਮੈਂਟ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਪੈਸੇ ਪਾ ਕੇ ਰੱਖੀਏ ਕਿਸੇ ਇਲੈਕਟ੍ਰੋਨਿਕ ਵਾਲਟ ਦੇ ਵਿੱਚ, ਜਿਵੇਂ ਪੇਟੀਐਮ ਹੋਇਆ, ਇਸੇ ਤਰ੍ਹਾਂ ਅਸੀਂ ਆਪਣੇ ਇਹਦੇ ਵਿੱਚ ਪੈਸੇ ਪਾ ਕੇ ਰੱਖ ਸਕਦੇ ਹਾਂ ਅਤੇ ਜਦੋਂ ਸਾਨੂੰ ਲੋੜ ਹੋਵੇ ਤਾਂ ਅਸੀਂ ਉਸ ਦੇ ਰਾਹੀਂ ਪੇਮੈਂਟ ਕਰ ਸਕਦੇ ਹਾਂ। ਅੱਗੇ ਵੀ ਟੌਪ ਈ-ਕਮਰਸ ਵੈਬਸਾਈਟਸ, ਇਹ ਸਾਰੇ ਜਾਣਦੇ ਹੋ। ਐਮਾਜ਼ੋਨ ਇਜ਼ ਦਾ ਵਨ ਆਫ ਦਾ ਬੈਸਟ ਵੈਬਸਾਈਟ ਬਿਜ਼ਨਸ ਵੈਬਸਾਈਟਸ, ਜਿਹਨੂੰ ਕਿ ਜੈਫ ਬੋਜ਼ਿਸ ਨੇ 1994 ਦੇ ਵਿੱਚ ਡਿਵੈਲਪ ਕੀਤਾ ਸੀ, ਪਰ ਹੁਣ ਬਹੁਤ ਜ਼ਿਆਦਾ ਪਾਪੂਲਰ ਆ। ਇਸ ਤੋਂ ਬਾਅਦ 'ਚ ਇੰਡੀਅਨ ਵੈਬਸਾਈਟਸ ਫਲਿੱਪਕਾਰਟ ਇਜ਼ ਏ ਇੰਡੀਅਨ ਵੈਬਸਾਈਟਸ। ਦਿਸ ਇਜ਼ ਡਿਵੈਲਪਡ ਇਨ 2007। Another website is Snapdeal 2010 ਦੇ ਵਿੱਚ ਡਿਵੈਲਪ ਹੋਈ ਸੀ। Alibaba, this is a Chinese websites। There are so many different websites are used for online shopping। Basically top website is Amazon, next one Flipkart, third one is Snapdeal, and last one is Alibaba। Blogging means to give the comments। ਕਮੈਂਟ ਦੇਣੇ ਜਾਂ ਪੋਸਟਿੰਗ ਕਰਨੀ। ਇਹ ਬਲੌਗਿੰਗ ਦੇ ਥਰੂ ਕੀਤਾ ਜਾਂਦਾ। ਕਿਸੇ ਪ੍ਰੋਡਕਟ ਦੇ ਲਈ ਪਰਟੀਕੂਲਰ ਕਮੈਂਟਿੰਗ ਕਰਨੀ ਬਲੌਗਿੰਗ ਕਈ ਤਰ੍ਹਾਂ ਦੀ ਹੋ ਸਕਦੀ ਹੈ, ਜਿਵੇਂ ਵੀਡੀਓ ਬਲੌਗ ਹੋ ਸਕਦੇ ਨੇ, ਕਮੈਂਟ ਬਲੌਗਿੰਗ ਹੋ ਸਕਦੀ ਆ। ਇਹ ਬਲੌਗਿੰਗ ਅਸੀਂ ਕਿਸੇ ਪ੍ਰੋਡਕਟਸ ਦੇ ਲਈ ਦੇ ਸਕਦੇ ਹਾਂ। ਓਕੇ ਸਟੂਡੈਂਟਸ, now your chapter is complete। any query you can ask me anything about the lesson। ਅਤੇ ਮੈਂ ਤੁਹਾਡੇ ਐਕਸਰਸਾਈਜ਼ ਮੈਂ ਤੁਹਾਡੇ ਗਰੁੱਪ ਦੇ ਵਿੱਚ ਪਾ ਚੁੱਕਿਆ। ਜੇ ਕੋਈ ਚੀਜ਼ ਪੁੱਛਣੀ ਆ ਤਾਂ ਤੁਸੀਂ ਬੇਝਿਜਕ ਹੋ ਕੇ ਪੁੱਛ ਸਕਦੇ ਹੋ। ਓਕੇ, ਥੈਂਕ ਯੂ ਸਟੂਡੈਂਟਸ।